ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਹਰਵਿੰਦਰ ਸਿੰਘ ਵੱਲੋਂ ਮੈਂ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਜਿੱਦਾਂ ਕਿ ਤੁਸੀਂ ਜਾਣਦੇ ਹੋ, ਇੱਕ ਬਾਣੀ ਚੈਨਲ ਦਾ ਇੱਕੋ ਇੱਕ ਮਕਸਦ ਹੈ ਸਿੱਖੀ, ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜੀ ਹੋਈ ਹਰ ਇੱਕ ਖਬਰ ਨੂੰ ਤੁਹਾਡੇ ਤੱਕ ਪਹੁੰਚਾਉਣਾ। ਅਤੇ ਜਿੱਦਾਂ ਕਿ ਅੱਜ ਤੁਸੀਂ ਦੇਖ ਪਾ ਰਹੇ ਹੋ, ਇਸ ਵਕਤ ਸਾਡੇ ਨਾਲ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੀ ਸਾਰੀ ਹੀ ਕਮੇਟੀ ਬੈਠੀ ਹੋਈ ਹੈ। ਉਸ ਦੇ ਵਿੱਚ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਾਹਿਬ, ਵਾਈਸ ਪ੍ਰੈਜ਼ੀਡੈਂਟ, ਜਨਰਲ ਸਕੱਤਰ ਅਤੇ ਕੈਸ਼ੀਅਰ ਸਾਹਿਬ ਸਾਡੇ ਨਾਲ ਬੈਠੇ ਹਨ। ਉਹਨਾਂ ਦੇ ਵੱਲੋਂ ਇੱਕ ਅਪੀਲ ਜਿਹੜੀ ਹੈ ਇੱਕ ਬਾਣੀ ਚੈਨਲ ਦੇ ਉੱਤੇ ਕੀਤੀ ਜਾਏਗੀ। ਜਿੱਦਾਂ ਕਿ ਆਪ ਜੀ ਸਾਰੇ ਜਾਣਦੇ ਹੋ, ਮੂਲ ਨਾਨਕਸ਼ਾਹੀ ਕੈਲੰਡਰ ਦੇ ਜਿਹੜੇ ਨਿਰਮਾਤਾ ਸਨ, ਉਹਨਾਂ ਦੀ ਯਾਦ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਇਹਨਾਂ ਨੇ ਅੱਜ ਸਮਾਗਮ ਉਲੀਕਿਆ ਹੈ। ਉਸ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਗੇ ਸਰਦਾਰ ਪਾਲ ਸਿੰਘ ਪੂਰੇਵਾਲ ਜੀ, ਜਿਨ੍ਹਾਂ ਦਾ ਅਕਾਲ ਚਲਾਣਾ ਕਰ ਗਏ ਸਨ। ਤਿੰਨਾਂ ਦੀ ਯਾਦ ਦੇ ਵਿੱਚ ਅੱਜ ਪ੍ਰੋਗਰਾਮ ਕੀਤਾ ਜਾਏਗਾ ਸ਼੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਵਿਖੇ। ਉਸ ਦੀ ਜਾਣਕਾਰੀ ਆਓ ਜੀ ਹੁਣ ਸਾਂਝਾ ਕਰਦੇ ਹਾਂ। ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹਾਂਗਾ ਕਿ ਜਿਹੜੀ ਜਾਣਕਾਰੀ ਹੈ ਅੱਜ ਦੇ ਸਮਾਗਮ ਦੀ, ਉਹ ਤੁਸੀਂ ਇੱਕ ਬਾਣੀ ਚੈਨਲ ਦੇ ਪਰਿਵਾਰ ਨਾਲ ਸਾਂਝੀ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਆਪ ਜੀ ਨੂੰ ਇੱਕ ਅਪੀਲ ਆਪਾਂ ਕਰ ਰਹੇ ਹਾਂ ਸਮੁੱਚੀ DGPC ਵੱਲੋਂ, ਜੋ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਸਰਦਾਰ ਪਾਲ ਸਿੰਘ ਜੀ ਪੂਰੇਵਾਲ, ਜਿਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੋਇਆ ਸੀ ਜਿਹੜਾ ਕੈਲੰਡਰ, ਉਹ ਭਾਈ ਪਾਲ ਸਿੰਘ ਜੀ ਪੂਰੇਵਾਲ ਉਸ ਕੈਲੰਡਰ ਦੇ ਨਿਰਮਾਤਾ ਸਨ। ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਪੂਰੀ ਮਿਹਨਤ ਲਗਾ ਕੇ, ਪੂਰੀ ਮੁਸ਼ੱਕਤ ਕਰਕੇ ਔਰ ਇਸ ਅੰਜਾਮ ਦੇ ਉੱਤੇ ਕੌਮ ਨੂੰ ਲੈ ਕੇ ਆਏ ਸਨ ਕਿ ਸਾਡੀਆਂ ਜਿਹੜੀਆਂ ਦੁਬਿਧਾਵਾਂ ਸਨ ਹੋਣ, ਜੋ ਸਾਡੇ ਇਤਿਹਾਸ ਦੇ ਵਿੱਚ ਦੁਬਿਧਾਵਾਂ ਸਨ, ਜੋ ਡੇਟਾਂ ਦੇ ਵਿੱਚ, ਜੋ ਤਾਰੀਖਾਂ ਦੇ ਵਿੱਚ ਦੁਬਿਧਾਵਾਂ ਸਨ, ਉਹ ਭਾਈ ਪਾਲ ਸਿੰਘ ਪੂਰੇਵਾਲ ਨੇ ਇੱਕ ਐਸਾ ਕੈਲੰਡਰ ਤਿਆਰ ਕੀਤਾ ਕਿ ਸਾਰਾ ਹੀ ਇਤਿਹਾਸ ਇੱਕ ਸੂਤਰ ਦੇ ਵਿੱਚ ਆ ਜਾਂਦਾ ਸੀ। ਸੋ ਉਸ ਦੇ ਉੱਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਬਹੁਤ ਵੱਡੀ ਮਿਹਨਤ ਲਗਾਈ, ਇੱਥੋਂ ਤੱਕ ਕਿ ਉਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 50 ਸਹਿਜ ਪਾਠ ਕਰਕੇ ਤੇ ਹਰ ਇੱਕ ਪੱਖ ਤੋਂ ਉਹਨਾਂ ਨੇ ਖਗੋਲ ਤੇ ਭੂਗੋਲ ਨੂੰ ਲੈ ਕੇ ਔਰ ਇਸ ਜੋ ਕੈਲੰਡਰ ਦਾ ਜੋ ਸਿਸਟਮ ਬਣਾਇਆ, ਔਰ ਉਹ ਉਹਨਾਂ ਨੇ ਕੌਮ ਦੀ ਝੋਲੀ ਵਿੱਚ 1999 ਦੇ ਵਿੱਚ ਲਿਆ ਕੇ ਪਾਇਆ ਸੀ। ਉਸ ਤੋਂ ਬਾਅਦ 4 ਸਾਲ ਉਸ ਕੈਲੰਡਰ ਦੇ ਉੱਤੇ ਲਗਾਤਾਰ ਜਰਨਲ ਹਾਊਸ ਦੇ ਵਿੱਚ ਡਿਸਕਸ਼ਨਸ ਹੋਈਆਂ। ਕੌਮ ਦੇ ਵਿਦਵਾਨਾਂ ਨੇ ਇਕੱਠੇ ਹੋ ਕੇ ਉਹਦੇ ਉੱਤੇ ਡਿਸਕਸ਼ਨਸ ਕੀਤੀਆਂ। 3 ਦਿਹਾੜੇ ਜਿਹੜੇ ਪਿੱਛੇ ਰਹਿ ਗਏ ਸਨ, ਇੱਕ ਗੁਰੂ ਨਾਨਕ ਬਾਬੇ ਦਾ ਪਰਬ, ਹੋਲਾ ਮਹੱਲਾ, ਔਰ ਉਸ ਤੋਂ ਬਾਅਦ ਬੰਦੀ ਛੋੜ ਦਿਵਸ। ਇਹ 3 ਦਿਹਾੜਿਆਂ ਦੇ ਉੱਤੇ ਜੋ ਪ੍ਰੋਪਰ ਸਹਿਮਤੀ ਨਾ ਬਣਨ ਕਰਕੇ ਬਾਕੀ ਜੋ ਸਾਰੇ ਹੀ ਇਤਿਹਾਸ ਦੇ ਜਿਤਨੇ ਵੀ ਗੁਰਸਿੱਖਾਂ ਦੇ ਦਿਹਾੜੇ ਸਨ ਜਾਂ ਗੁਰੂ ਸਾਹਿਬਾਨ ਦੇ ਦਿਹਾੜੇ ਸਨ, ਹਰ ਇੱਕ ਗੱਲ ਦੇ ਉੱਤੇ ਸਹਿਮਤੀ ਪ੍ਰਗਟ ਹੋਣ ਤੋਂ ਬਾਅਦ 2003 ਦੇ ਵਿੱਚ ਇਸ ਕੈਲੰਡਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਕੀਤਾ ਗਿਆ। 7 ਸਾਲ ਇਹ ਕੈਲੰਡਰ ਬੜੀ ਹੀ ਵਧੀਆ ਤਰੀਕੇ ਨਾਲ ਚੱਲਿਆ ਔਰ ਕੌਮ ਜਿੱਥੇ ਜਿੱਥੇ ਵੀ ਬੈਠੀ ਸੀ, ਗੁਰੂ ਨਾਨਕ ਨਾਮ ਲੇਵਾ ਸਿੱਖ, ਭਾਵੇਂ ਉਹ ਦੇਸ਼ਾਂ ਵਿੱਚ ਸਨ, ਭਾਵੇਂ ਵਿਦੇਸ਼ਾਂ ਵਿੱਚ ਸਨ, ਹਰ ਜਗ੍ਹਾ ਇਹ ਸਭ ਕੁਝ ਬੜੇ ਢੰਗ ਤਰੀਕੇ ਨਾਲ ਹੋਇਆ ਔਰ ਇੱਕ ਤਰੀਕਾ ਅਸੀਂ ਮਨਾਉਂਦੇ ਰਹੇ ਹਾਂ। ਲੇਕਿਨ 2003 ਦੇ ਵਿੱਚ ਫਿਰ ਕੁਝ ਸੋਧ ਦੇ ਨਾਂ ਦੇ ਉੱਤੇ ਇਸ ਕੈਲੰਡਰ ਨੂੰ ਚੇਂਜ ਕੀਤਾ ਗਿਆ ਔਰ ਉਸ ਦੇ ਉੱਤੇ ਜਿਹੜੀ ਡਿਸਕਸ਼ਨ ਸਨ ਉਸ ਤੋਂ ਬਾਅਦ ਨਹੀਂ ਹੋ ਪਾਈਆਂ ਔਰ ਅੱਜ ਤੱਕ ਉਹ ਫਿਰ ਕੌਮ ਦੇ ਵਿੱਚ ਜਿਹੜੀ ਪਹਿਲੀ ਦੁਬਿਧਾ ਸੀ ਫਿਰ ਬਣਨੀ ਸ਼ੁਰੂ ਹੋ ਗਈ। ਸੋ DGPC ਜੰਮੂ ਜਦੋਂ ਵੀ ਹੋਂਦ ਵਿੱਚ ਆਈ, ਸਾਡਾ ਜਦੋਂ 30 ਜੂਨ ਨੂੰ ਅਸੀਂ 2022 ਨੂੰ ਜੋ ਸਾਡੀ ਇੱਕ ਕਮੇਟੀ ਬਣ ਕੇ ਸਾਹਮਣੇ ਆਈ, ਅਸੀਂ ਸਭ ਤੋਂ ਪਹਿਲਾਂ ਕੌਮ ਦੀ ਇਸ ਦੁਬਿਧਾ ਨੂੰ ਖਤਮ ਕਰਨ ਦੇ ਲਈ ਅਤੇ ਉਸ ਦੇ ਨਾਲ ਜੋ ਸਿਧਾਂਤਕ ਤੌਰ ਦੇ ਉੱਤੇ ਮੂਲ ਨਾਨਕਸ਼ਾਹੀ ਕੈਲੰਡਰ ਸੀ, ਜੋ ਸਾਡੇ ਸਾਰੇ ਇਤਿਹਾਸਿਕ ਦਿਹਾੜੇ ਇੱਕ ਕਰਦਾ ਸੀ, ਕੌਮ ਨੂੰ ਇੱਕ ਸੂਤਰ ਵਿੱਚ ਕਰਦਾ ਸੀ, ਉਹਨਾਂ ਦਿਹਾੜਿਆਂ ਦੇ ਮੁਤਾਬਕ ਇਸ ਕੈਲੰਡਰ ਨੂੰ ਲਾਗੂ ਕੀਤਾ ਔਰ ਬਹੁਤ ਹੀ ਵੱਡਾ ਭਰਮਾ ਜੋ ਸੰਗਤ ਹੈ ਉਸਨੇ ਸਾਥ ਦਿੱਤਾ, ਸਵਾਗਤ ਕੀਤਾ, ਹੁੰਗਾਰਾ ਦਿੱਤਾ ਔਰ ਹਰ ਜਗ੍ਹਾ ਕਰੀਬਨ ਇਸ ਕੈਲੰਡਰ ਦੇ ਮੁਤਾਬਕ ਹੀ ਸਾਡੇ ਜਿਹੜੇ ਦਿਹਾੜੇ ਅੱਜ ਮਨਾਏ ਜਾ ਰਹੇ ਨੇ। ਸੋ ਉਸ ਕੈਲੰਡਰ ਦੇ ਜੋ ਇੱਕ ਮੂਲ ਨਾਨਕਸ਼ਾਹੀ ਕੈਲੰਡਰ ਦੇ ਜਿਹੜਾ ਨਿਰਮਾਤਾ ਸੀ, ਜਿਹੜਾ ਬਣਾਉਣ ਵਾਲਾ ਸੀ, ਉਹ ਸਨ ਭਾਈ ਪਾਲ ਸਿੰਘ ਜੀ ਪੂਰੇਵਾਲ। ਪਿਛਲੇ ਲੰਮੇ ਸਮੇਂ ਤੋਂ ਉਹ ਕੈਨੇਡਾ ਦੀ ਧਰਤੀ ਤੇ ਰਹਿ ਰਹੇ ਸਨ। ਸੋ ਪਿਛਲੇ ਦਿਨੀ ਲਗਾਤਾਰ ਉਹ ਥੋੜੀ ਉਹਨਾਂ ਦੀ ਸਿਹਤ ਢਿੱਲੀ ਸੀ ਤੇ ਢਿੱਲੇ ਹੋਣ ਕਰਕੇ ਫਿਰ ਉਹ ਅਕਾਲ ਚਲਾਣਾ ਕਰਕੇ ਸਰੀਰ ਕਰਕੇ ਸਾਡੇ ਵਿੱਚੋਂ ਚਲੇ ਗਏ। 22 ਤਰੀਕ ਨੂੰ ਪਿਛਲੇ ਮਹੀਨੇ ਦੀ ਉਹਨਾਂ ਦਾ ਜੋ ਹੈ ਇਸ ਸੰਸਾਰ ਦੇ ਵਿੱਚੋਂ ਗਏ ਸਰੀਰ ਕਰਕੇ। ਉਹਨਾਂ ਦੀ ਦੇਣ ਜਿਹੜੀ ਸੀ ਉਹ ਸਦੀਵ ਦੇਣ ਹੈ, ਉਹ ਕੌਮ ਕੋਲ ਅੱਜ ਵੀ ਹੈ। ਸੋ ਉਸੇ ਹੀ ਸੰਬੰਧ ਵਿੱਚ DGPC ਜੰਮੂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਯਾਦ ਦੇ ਵਿੱਚ ਇੱਕ ਵਿਸ਼ੇਸ਼ ਸਮਾਗਮ
ਜੋ ਗੁਰੂ ਨਾਨਕ ਨਗਰ ਸਿੰਘ ਸਭਾ ਗੁਰੂ ਨਾਨਕ ਨਗਰ ਗੁਰਦੁਆਰਾ ਸਾਹਿਬ ਹਨ, ਉੱਥੇ ਅੱਜ ਸ਼ਾਮ ਯਾਨੀ ਕਿ ਅੱਜ ਜੋ 4 ਤਰੀਕ ਹੈ, ਅੱਜ 4 ਅਕਤੂਬਰ ਨੂੰ ਸ਼ਾਮ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਜੋ ਇਹ ਵਿਸ਼ੇਸ਼ ਸਮਾਗਮ ਉਲੀਕਿਆ ਗਿਆ ਹੈ, ਜਿਸ ਦੇ ਵਿੱਚ ਸਾਡੇ ਕੋਲ ਕੌਮ ਦੀ ਮਾਇਆਨਾਜ਼ ਹਸਤੀ ਬੜੇ ਹੀ ਸਤਿਕਾਰਯੋਗ ਪ੍ਰੋਫੈਸਰ ਸਰਬਜੀਤ ਸਿੰਘ ਜੀ ਧੁੰਦਾ ਜੋ ਵਿਸ਼ੇਸ਼ ਤੌਰ ਦੇ ਉੱਤੇ ਹਾਜ਼ਰੀਆਂ ਭਰਨਗੇ, ਜਿਸ ਦੇ ਨਾਲ ਸਾਡੇ ਹਜ਼ੂਰੀ ਰਾਗੀ ਡੀਜੀਪੀਸੀ ਦੇ ਭਾਈ ਸਾਹਿਬ ਸਾਡੇ ਨਾਲ ਅੰਮ੍ਰਿਤਮਈ ਬਾਣੀ ਦੇ ਕੀਰਤਨ ਵੀ ਸਾਂਝੇ ਕਰਨਗੇ ਅਤੇ ਹੋਰ ਪੰਥਕ ਵਿਚਾਰਾਂ ਵੀ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਸਮੁੱਚੀ ਸੰਗਤ ਨੂੰ ਜਿੱਥੇ-ਜਿੱਥੇ ਤੱਕ ਇਹ ਆਵਾਜ਼ ਇੱਕ ਬਾਣੀ ਚੈਨਲ ਦੇ ਮਾਧਿਅਮ ਰਾਹੀਂ ਪਹੁੰਚ ਰਹੀ ਹੈ ਜਾਂ ਕਿਸੇ ਤਰੀਕੇ ਵੀ ਇਹ ਆਵਾਜ਼ ਪਹੁੰਚ ਰਹੀ ਹੈ, ਸਾਰਿਆਂ ਨੂੰ ਇਹ ਬੇਨਤੀ ਹੈ ਕਿ ਅੱਜ ਸ਼ਾਮ ਤੁਸੀਂ ਐਸੇ ਮਹਾਨ ਸ਼ਖਸੀਅਤ ਜਿਨ੍ਹਾਂ ਦੀ ਕੌਮ ਨੂੰ ਇੱਕ ਬਹੁਤ ਵੱਡੀ ਦੇਣ ਹੈ, ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਅਸੀਂ ਸਮਾਗਮ ਉਲੀਕਿਆ ਹੈ, ਜਿਹਦੇ ਵਿੱਚ ਆਪਾਂ ਗੱਲਬਾਤ ਵਿਚਾਰਾਂ ਕਰਾਂਗੇ ਉਹਨਾਂ ਦੇ ਜੀਵਨ ਤੇ ਅਤੇ ਉਹਨਾਂ ਦੀ ਜੋ ਦੇਣ ਸੀ, ਉਸ ਦੇਣ ਨੇ ਸਾਡਾ ਪੰਥ ਵਾਸਤੇ ਕੀ ਸਵਾਰਨਾ ਹੈ, ਕੀ ਸਾਡੇ ਆਉਣ ਵਾਲੇ ਸਮੇਂ ਦੇ ਭਵਿੱਖ ਬਣ ਸਕਦੇ ਨੇ। ਸੋ ਉਹਨਾਂ ਦੀ ਯਾਦ ਵਿੱਚ ਜਿਹੜਾ ਸਮਾਗਮ ਹੈ, ਸਮੁੱਚੀ ਸੰਗਤ ਵੱਧ ਚੜ ਕੇ ਹਾਜ਼ਰੀਆਂ ਭਰੋ ਤਾਂ ਕਿ ਐਸੇ ਕੌਮੀ ਯੋਧਿਆਂ ਨੂੰ ਜਿਨ੍ਹਾਂ ਨੇ ਕੌਮ ਵਾਸਤੇ ਆਪਣਾ ਸਾਰਾ ਜੀਵਨ ਲਗਾ ਦਿੱਤਾ, ਅਸੀਂ ਇੱਕ ਸੱਚੀ ਸੁੱਚੀ ਸ਼ਰਧਾਂਜਲੀ ਦੇ ਕੇ ਆਪਣਾ ਜੀਵਨ ਸਫਲ ਕਰ ਸਕੀਏ। ਇਤਨੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਹਨ ਸਰਦਾਰ ਰਣਜੀਤ ਸਿੰਘ ਜੀ ਟੋਰਾ ਜੀ, ਉਹਨਾਂ ਦੇ ਵੱਲੋਂ ਵਿਚਾਰ ਸਰਵਨ ਕੀਤੇ ਹਨ। ਜਿਹੜਾ ਅੱਜ ਦਾ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ ਵਿਖੇ ਉਡੀਕਿਆ ਗਿਆ, ਉਸ ਦੀ ਪੂਰੀ ਜਾਣਕਾਰੀ ਆਪ ਜੀ ਪਾਸੋਂ ਜਿਹੜੀ ਸਰਵਨ ਕੀਤੀ ਹੈ। ਹੁਣ ਮੈਂ ਚਾਹਾਂਗਾ ਕਿ ਜਿਹੜੇ ਸਾਡੇ ਜਨਰਲ ਸਕੱਤਰ ਹਨ ਕਮੇਟੀ ਦੇ ਸਰਦਾਰ ਸੁਰਜੀਤ ਸਿੰਘ ਜੀ, ਉਹਨਾਂ ਪਾਸੋਂ ਵੀ ਅੱਜ ਦੇ ਜਿਹੜੇ ਪ੍ਰੋਗਰਾਮ ਹਨ ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ। ਆਪ ਜੀ ਨੂੰ ਵੀ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਪ੍ਰਧਾਨ ਸਾਹਿਬ ਜੀ ਨੇ ਰਾਤ ਦੇ ਸਮਾਗਮ ਦੀ ਪੂਰੀ ਜਾਣਕਾਰੀ ਦਿੱਤੀ ਹੈ, ਕਿਉਂਕਿ ਇਹ ਸਮਾਗਮ ਸਾਡੇ ਲਈ ਕਰਨਾ ਬਹੁਤ ਜ਼ਰੂਰੀ ਸੀ। ਜਿਨ੍ਹਾਂ ਉਰੇਵਾਲ ਸਾਹਿਬ ਨੇ ਤਕਰੀਬਨ ਉਹਨਾਂ ਦਾ ਮੈਂ ਅੰਤਲਾ ਇੰਟਰਵਿਊ ਸੁਣ ਕਰ ਰਿਹਾ ਸਾਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਤਕਰੀਬਨ 60 ਸਾਲ ਲੱਗੇ ਨੇ ਮੈਨੂੰ ਇਸ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਆਪਣੇ ਮੁਕਾਮ ਤੇ ਪਹੁੰਚਾਉਣ ਤੇ, ਔਰ 1980 ਵਿੱਚ ਪਹਿਲੀ ਵਾਰ ਮੈਂ ਇਸ ਕੈਲੰਡਰ ਨੂੰ उस वार लगातार मैं मेहनत करते रहे और 1999 वाले दिन ਜਦੋਂ ਉਹਨਾਂ ਨੇ ਸਾਰੀ ਸਰਬਸੰਮਤੀ ਨਾਲ ਅਕਾਲ ਤਖਤ ਤੋਂ ਪ੍ਰਵਾਨ ਹੋ ਕੇ ਸਿੱਖ ਕੌਮ ਦੀ ਝੋਲੀ ਇੱਕ ਐਸਾ ਕੈਲੰਡਰ ਪਾਇਆ ਸੀ ਜੋ ਸਾਡੀ ਸਿੱਖ ਕੌਮ ਦੀ ਇੱਕ ਅਡਰੀ ਪਹਿਚਾਨ ਬਣ ਕੇ ਉੱਭਰ ਕੇ ਸਾਹਮਣੇ ਆਈ ਕਿ ਜਿਹੜੇ ਵੀ ਅਸੀਂ ਕੈਲੰਡਰ ਤਿਆਰ ਕੀਤਾ ਹੈ, ਇਹ ਅਸੀਂ ਦੇਸੀ ਤਰੀਕਾ ਨੂੰ ਮੁੱਖ ਰੱਖ ਕੇ ਉਹਨਾਂ ਦੇ ਮੁਤਾਬਕ ਕੈਲੰਡਰ ਤਿਆਰ ਕੀਤਾ ਹੈ, ਨਾ ਕਿ 5 ਜਨਵਰੀ ਜਾਂ ਹੋਰ 16 ਜੂਨ ਜਾਂ 5 ਜੁਲਾਈ ਅਸਾਂ ਫਿਕਸ ਕੀਤੀਆਂ। ਅਸਾਂ ਐਸੀ ਡੇਟ ਜੋ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ 12 ਮਾਹ ਦਰਜ ਨੇ ਜਾਂ ਹੋਰ ਬਾਣੀ ਦਰਜ ਹੈ, ਉਸ ਨੂੰ ਪੂਰਾ ਨਿਚੋੜ ਕਰਕੇ ਬਾਣੀ ਦੇ ਆਧਾਰ ਤੇ ਉਹਨਾਂ ਦੇਸੀ ਡੇਟਾਂ ਦੇ ਮੁਤਾਬਕ ਉਹ ਡੇਟਾਂ ਜਿਹੜੀਆਂ ਦੇਸੀ, ਜਿਸ ਤਰ੍ਹਾਂ 23 ਪੋਹ ਦੀ ਮੈਂ ਗੱਲ ਕੀਤੀ ਹੈ, 23 ਪੋਹ ਆਉਣ ਵਾਲੇ ਬਹੁਤ ਲੰਮੇ ਸਮੇਂ ਤੱਕ 3300 ਸਾਲ ਕਹਿ ਰਹੇ ਨੇ ਕਿ ਇਹ ਜਿਹੜੀ 5 ਜਨਵਰੀ ਰਹੇਗੀ। ਇਸੇ ਤਰ੍ਹਾਂ 16 ਜੂਨ ਵਾਲਾ ਜਿਹੜਾ ਹੈ ਉਹ ਡੇਟਾਂ ਦੇਸੀ ਤਰੀਕਾਂ ਦੇ ਮੁਤਾਬਕ ਬਰਾਬਰ ਰਹਿਣਗੀਆਂ। तो साढ़े कहने का मतलब कि उन्होंने इतनी मेहनत करके अगर मूल नानक शाही कैलेंडर साड़ी झोली पाया है, और इस कैलेंडर के आउन ते मैं कहांगा खास करके सिख कौम भी जितनी बड़ी जागृति आई है, और असी जान वेले अपनी कौम नूं कोई दे के जाइए, उन्होंने मन की एक तड़प सी। और जान तो पहला वार वार कह रहे सन कि मेरी तबीयत नाजुक है, अगर कोई भी किसी ਨੂੰ ਕਿਸੇ ਮੁੱਦੇ ਤੇ ਕੋਈ ਵੀ ਅਗਰ ਦੁਬਦਾ ਹੈ ਮੇਰੇ ਨਾਲ ਬੈਠ ਕੇ ਵਿਚਾਰ ਕਰ ਸਕਦੇ ਨੇ। ਵਿਚਾਰਾਂ ਕੀਤੀਆਂ ਵੀ ਹਨ, ਉਹਨਾਂ ਵਿਚਾਰਾਂ ਨੂੰ ਸਾਰੇ ਨੇ ਪ੍ਰਵਾਨ ਕਰਕੇ ਤਾਂ ਹੀ 1999 ਦੇ ਜਦੋਂ ਲਾਗੂ ਕਰਨ ਤੋਂ ਬਾਅਦ 2003 ਵਿੱਚ ਉਹਨਾਂ ਨੇ ਜਿਹੜੀ ਕੌਮ ਦੀ ਝੋਲੀ ਪਾਇਆ ਸੀ, ਔਰ ਅਕਾਲ ਤਖਤ ਨੂੰ ਸਰਬਸੰਮਤੀ ਨਾਲ ਪ੍ਰਵਾਨਿਤ ਹੋ ਕੇ ਸਿੱਖ ਕੌਮ ਨੇ ਪ੍ਰਵਾਨ ਕਰ ਛੱਡਿਆ ਸੀ। ਲੇਕਿਨ ਬਦਕਿਸਮਤੀ ਨਾਲ 7 ਸਾਲ ਚੱਲਣ ਤੋਂ ਬਾਅਦ ਫਿਰ ਉਹਨਾਂ ਲੋਕਾਂ ਨੂੰ ਸ਼ਾਇਦ ਇਹ ਪ੍ਰਵਾਨ ਇਸ ਵਾਸਤੇ ਨਹੀਂ ਹੋਇਆ ਕਿ ਜਿਹੜੇ ਸੋਚ ਰਹੇ ਸਨ ਕਿ ਸਿੱਖ ਇੱਕ ਵੱਡੇ ਅਲੱਗ ਕੌਮ ਹੋਣ ਦਾ ਜਿਹੜਾ ਦਾਅਵਾ ਕਰਦੀ ਹੈ ਉਸ ਨੂੰ ਕਿਸ ਤਰ੍ਹਾਂ ਨਕਾਰਿਆ ਜਾਏ। ਲੇਕਿਨ ਅਸੀਂ ਮੁਬਾਰਕਬਾਦ ਦੇਵਾਂਗੇ ਸਾਰੀ ਸੰਗਤ ਨੂੰ, ਔਰ ਮੈਂ ਦੇਖ ਰਿਹਾ ਬਹੁਤ ਇਲਾਕਿਆਂ ਵਿੱਚ ਇਸ ਮੂਲ ਨਾਨਕ ਸ਼ਾਹੀ ਕੈਲੰਡਰ ਦਾ ਹੁੰਗਾਰਾ ਸਾਨੂੰ ਮਿਲ ਰਿਹਾ ਹੈ, ਔਰ ਅੱਗੇ ਲਈ ਵੀ ਅਸੀਂ ਬੇਨਤੀ ਕਰ ਰਹੇ ਹਾਂ। ਔਰ ਸਾਡੇ ਕਮੇਟੀ ਆਉਣ ਤੋਂ ਪਹਿਲਾਂ ਸਾਡਾ ਪਹਿਲਾ ਨਿਸ਼ਾਨਾ ਹੀ ਸਾਰੀ ਪੂਰੀ ਕਮੇਟੀ ਦਾ ਇਹੋ ਸੀ ਕਿ ਇਸ ਨਾਨਕ ਸ਼ਾਹੀ ਨੂੰ ਕੈਲੰਡਰ ਨੂੰ ਲਾਗੂ ਕਰਨਾ ਹੈ। ਔਰ ਇਸ ਵਕਤ ਬਹੁਤ ਗੁਰੂ ਧਾਮਾਂ ਵਿੱਚ ਗੁਰੂ ਘਰਾਂ ਵਿੱਚ ਜਿਹੜਾ ਮੂਲ ਨਾਨਕ ਸ਼ਾਹੀ ਕੈਲੰਡਰ ਲਾਗੂ ਹੈ ਚੱਲ ਰਿਹਾ ਹੈ, ਔਰ ਅਸੀਂ ਬਾਕੀਆਂ ਨੂੰ ਵੀ ਬੇਨਤੀ ਕਰਾਂਗੇ ਦੋਨੋਂ ਹੱਥ ਜੋੜ ਕੇ ਕਿ ਸਿੱਖ ਕੌਮ ਦੇ ਭਲੇ ਲਈ, ਆਡਰੀ ਕੌਮ ਹੋਣ ਦੇ ਭਲੇ ਲਈ ਸਾਨੂੰ ਸਾਰਿਆਂ ਨੂੰ ਇੱਕ ਸਾਰਤਾ ਵਿੱਚ ਰਹਿ ਕੇ ਇੱਕ ਪ੍ਰਣ ਕਰਨਾ ਚਾਹੀਦਾ ਹੈ
ਕਿ 2003 ਵਿੱਚ ਜੋ ਕੈਲੰਡਰ ਲਾਗੂ ਹੋਇਆ ਸੀ ਅਸ ਉਸ ਨੂੰ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰੀਏ। ਉਹ ਕੌਮ ਦੇ ਹੀਰੇ ਜਿਨ੍ਹਾਂ ਨੇ ਪੂਰੀ ਮਿਹਨਤ ਕਰਕੇ ਇਸ ਕੈਲੰਡਰ ਨੂੰ ਲਾਗੂ ਕਰਵਾਇਆ ਸੀ, ਉਹ 22 ਸਤੰਬਰ ਨੂੰ ਬਾਹਰ ਵਿਦੇਸ਼ਾਂ ਵਿੱਚ ਕੈਨੇਡਾ ਦੀ ਧਰਤੀ 'ਚ ਸੰਸਾਰਿਕ ਯਾਤਰਾ ਸੰਪੂਰਨ ਕਰਕੇ ਚਲੇ ਗਏ ਸੀ। ਤਾਂ ਡਿਸਟ੍ਰਿਕਟ ਕਮੇਟੀ ਨੇ ਬੈਠ ਕੇ ਫੈਸਲਾ ਕੀਤਾ ਕਿ ਉਹਨਾਂ ਦੀ ਯਾਦ ਵਿੱਚ ਜੰਮੂ ਵਿੱਚ ਇੱਕ ਐਸਾ ਗੁਰਮਤਿ ਸਮਾਗਮ ਕੀਤਾ ਜਾਏ। ਤਾਂ ਉਸ ਦੇ ਸਬੰਧ ਵਿੱਚ ਅੱਜ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਵਿਖੇ ਵਿਸ਼ੇਸ਼ ਪ੍ਰੋਗਰਾਮ 7 ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਹੋ ਰਿਹਾ ਹੈ, ਜਿਹਦੇ ਵਿੱਚ ਸਾਡੇ ਰਾਗੀ ਜਥੇ ਸਤਿਕਾਰਯੋਗ ਸਰਦਾਰ ਸਾਡੇ ਇੱਥੇ ਦੇ ਡੀਜੀਪੀਸੀ ਦੇ ਜਿਹੜੇ ਜਥੇ ਨੇ ਉਹਨਾਂ ਨੇ ਹਾਜ਼ਰੀ ਭਰਨੀ ਹੈ। ਉਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਜੋ ਸਾਡੇ ਕੌਮ ਦੇ ਵਿਦਵਾਨ, ਕੌਮ ਦੀ ਆਵਾਜ਼ ਨੇ, ਸਿੱਖ ਨੌਜਵਾਨਾਂ ਦੀ ਆਵਾਜ਼ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਧੁੰਦਾ, ਉਹ ਵਿਸ਼ੇਸ਼ ਤੌਰ ਤੇ ਆ ਰਹੇ ਨੇ। ਉਹਨਾਂ ਦਾ ਸਮਾਂ ਹੈ 8:30 ਵਜੇ। ਉਹਨਾਂ ਨੇ ਇੱਕ ਆਪਣਾ ਵਿਚਾਰ ਸਰਵਣ ਕਰਨੇ ਨੇ। ਤਾਂ ਅਸੀਂ ਸਮੁੱਚੀ ਸੰਗਤ ਨੂੰ ਦੋਨੋਂ ਹੱਥ ਜੋੜ ਕੇ ਡਿਸਟ੍ਰਿਕਟ ਕਮੇਟੀ ਵੱਲੋਂ ਬੇਨਤੀ ਕਰਦੇ ਹਾਂ, ਆਓ ਸਮਾਂ ਕੱਢ ਕੇ ਉਸ ਮਹਾਨ ਪੰਥਕ ਯੋਧੇ ਦੀ ਜਿਸਨੇ ਸਾਡੀ ਕੌਮ ਲਈ ਬਹੁਤ ਵੱਡਾ ਇੱਕ ਯੋਗਦਾਨ ਪਾ ਕੇ ਸੰਸਾਰ ਦੀ ਯਾਤਰਾ ਸੰਪੂਰਨ ਕਰਕੇ ਸਰੀਰਕ ਤੌਰ ਤੇ ਸਾਡੇ ਤੋਂ ਚਲੇ ਗਏ ਨੇ, ਪਰ ਉਹਨਾਂ ਦੀ ਆਤਮਾ, ਉਹਨਾਂ ਦੀ ਆਵਾਜ਼, ਉਹਨਾਂ ਦੇ ਕੀਤੇ ਹੋਏ ਕੰਮ ਜਿਹੜੇ ਨੇ ਉਹ ਸਾਡੇ ਲਈ ਇੱਕ ਚਾਨਣ ਮੁਨਾਰਾ ਨੇ। ਉਹਨਾਂ ਨੇ ਯਾਦ ਨੂੰ ਤਾਜ਼ਾ ਕਰਨ ਵਿੱਚ ਜੋ ਵਿਸ਼ੇਸ਼ ਸਮਾਗਮ ਅੱਜ ਰਚਿਆ ਗਿਆ ਹੈ 7 ਤੋਂ ਲੈ ਕੇ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਵਿਖੇ, ਉਹਦੇ ਲਈ ਅਸੀਂ ਪੂਰੀ ਪ੍ਰਬੰਧਕ ਕਮੇਟੀ, ਸਾਡੇ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਪ੍ਰਧਾਨ ਸਾਹਿਬ, ਸਾਡੇ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਵਾਈਸ ਪ੍ਰਧਾਨ ਸਾਹਿਬ, ਸਾਡੇ ਸਤਿਕਾਰਯੋਗ ਸਰਦਾਰ ਜਗਪਾਲ ਸਿੰਘ ਜੀ ਜੋ ਸਾਡੇ ਕੈਸ਼ੀਅਰ ਨੇ, ਸਾਰੀ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਰਲ ਮਿਲ ਕੇ ਉਸ ਯਾਦ ਨੂੰ ਤਾਜ਼ਾ ਕਰੀਏ। ਔਰ ਸੰਗਤਾਂ ਨੂੰ ਬੇਨਤੀ ਕਰਾਂਗੇ, ਆਓ ਇਸ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਵਾਸਤੇ ਆਪਣਾ ਯੋਗਦਾਨ ਪਾਈਏ। ਅਸੀਂ ਜੋ ਕੈਲੰਡਰ ਪ੍ਰਿੰਟ ਕਰਵਾਏ ਨੇ ਉਹਨਾਂ ਲਈ ਉਹ ਵੀ ਰਾਤ ਨੂੰ ਅਸੀਂ ਬਾਹਰ ਰੱਖ ਦੇਵਾਂਗੇ। ਸੰਗਤਾਂ ਨੂੰ ਜ਼ਰੂਰ ਬੇਨਤੀ ਹੈ ਜਾਣ ਤੋਂ ਪਹਿਲਾਂ ਉਹ ਕੈਲੰਡਰ ਲੈ ਕੇ ਜਾਣ, ਤਾਂ ਕਿ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਵਿੱਚ ਇਹ ਸਾਡੀਆਂ ਡੇਟਾਂ ਫਿਕਸ ਰਹਿਣ ਔਰ ਪਰਿਵਾਰਾਂ ਬੱਚਿਆਂ ਨੂੰ ਇਹ ਪਤਾ ਚੱਲ ਸਕੇ ਕਿ ਆਉਣ ਵਾਲਾ ਜਿਹੜੇ ਵੀ ਸਾਡੀ ਡੇਟਾਂ ਹੋਣਗੀਆਂ ਹਮੇਸ਼ਾ ਫਿਕਸ ਰਹਿਣਗੀਆਂ। ਔਰ ਆਉਣ ਵਾਲੇ ਗੁਰਪੁਰਬ ਜਿਹੜੇ ਨੇ ਕਦੇ ਵੀ ਸਾਡੇ ਕਿਸੇ ਕੋਲ ਪੁੱਛਣਾ ਨਹੀਂ ਪਵੇਗਾ। ਡੇਟ ਅਗਰ 5 ਜਨਵਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁਰਬ ਹੋਵੇਗਾ, 5 ਜਨਵਰੀ ਸਾਡੇ ਬੱਚਿਆਂ ਦੀ ਇੱਕ ਆਵਾਜ਼ ਬਣੇ। ਇੱਕ ਸਾਡੀ ਤੜਪ ਹੈ, ਸਾਡੀ ਕਮੇਟੀ ਦੀ ਤੜਪ ਹੈ, ਪੂਰੀ ਕੌਮ ਦੀ ਤੜਪ ਹੈ। ਔਰ ਸਾਰਿਆਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਜਿਨ੍ਹਾਂ ਨੂੰ ਥੋੜਾ ਵੀ ਸੋਚ ਰਹੇ ਨੇ, ਵਾਦ ਵਿਵਾਦ ਜਾਂ ਮਹਿਸੂਸ ਕਰ ਰਹੇ ਨੇ ਕਿ ਨਾਨਕਸ਼ਾਹੀ ਇਸ ਕੈਲੰਡਰ 'ਚ ਕੁਝ ਕਮੀਆਂ ਨੇ, ਉਹਨਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਓ ਆਪਣੇ ਬੱਚਿਆਂ ਦੀ, ਆਉਣ ਵਾਲੀ ਪੀੜ੍ਹੀ ਦੇ ਫਿਊਚਰ ਨੂੰ ਸਮਝਦੇ ਹੋਏ ਸਾਰੇ ਯੋਗਦਾਨ ਪਾਈਏ ਔਰ ਇਸ ਕੈਲੰਡਰ ਨੂੰ ਲਾਗੂ ਕਰਨ। ਜੋ ਹੋ ਗਿਆ ਹੈ ਲਾਗੂ, ਬੜੀ ਚੜ੍ਹਦੀ ਕਲਾ ਵਿੱਚ ਹਰ ਥਾਂ ਤੇ ਲਾਗੂ ਹੋਇਆ ਹੈ। ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੀ ਦੋਨੋਂ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਹਾਂ ਕਿ ਆਪਣਾ ਯੋਗਦਾਨ ਪਾਓ। ਔਰ ਸ਼ਾਮ ਦੇ ਦੀਵਾਨ ਪਹੁੰਚਣ ਵਾਸਤੇ ਅਸੀਂ ਪੂਰੀ ਪ੍ਰਬੰਧਕ ਕਮੇਟੀ ਦੋਨੋਂ ਹੱਥ ਜੋੜ ਕੇ ਆਪਣੀ ਸੰਗਤ ਨੂੰ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਪਹੁੰਚੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਲੰਗਰ ਵੀ ਗੁਰੂ ਦਾ ਸਾਰਿਆਂ ਨੇ ਛਕਣਾ ਹੈ। ਉਸ ਤੋਂ ਪਹਿਲਾਂ ਜੋ ਸ਼ਬਦ ਗੁਰੂ ਦਾ ਲੰਗਰ ਹੈ ਉਹ ਵਰਤੇਗਾ, ਉਹਦੇ ਵੀ ਯੋਗਦਾਨ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।